healthy life, healthy life। ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਹਰਮਨ ਪਿਆਰੇ ਸ਼ੋਅ ਹੈਲਦੀ ਲਾਈਫ ਦੇ ਵਿੱਚ ਸਵਾਗਤ ਹੈ, ਜਿੱਥੇ ਕਿ ਅਸੀਂ ਤੁਹਾਨੂੰ ਸਿਹਤ ਮਾਹਿਰਾਂ ਦੇ ਨਾਲ ਮੁਲਾਕਾਤ ਕਰਵਾਉਣੇ ਆ ਅਤੇ ਉਹਨਾਂ ਦੇ ਵੱਲੋਂ ਦਿੱਤੇ ਗਏ ਸੁਝਾਅ ਅਤੇ ਖਾਸ ਤੌਰ ਤੇ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਵੀ ਰੂਬਰੂ ਕਰਵਾਉਣੇ ਆ ਅਤੇ ਸਾਰੀਆਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਖੋਲ ਕੇ ਪੇਸ਼ ਕਰਦੇ ਆ। ਤਾਂ ਅੱਜ ਦੇ ਸਾਡੇ ਜਿਹੜੇ ਮਹਿਮਾਨ ਨੇ ਉਹ ਨੇ ਡਾਕਟਰ ਅੰਕਿਤ ਸਿੰਗਲਾ, ਜੋ ਕਿ MS DNB ਨੇ ਅਤੇ ਯੂਰੋਲੋਜੀ ਦੀ ਉਹਨਾਂ ਦੇ ਕੋਲ ਡਿਗਰੀ ਹੈ ਅਤੇ ਐਜ਼ ਏ ਯੂਰੋਲੋਜਿਸਟ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ। ਤਾਂ ਸਰ, ਅੱਜ ਦੇ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਜੁੜਨ ਦੇ ਵਾਸਤੇ ਅਸੀਂ ਤੁਹਾਨੂੰ ਖੈਰ ਮਕਦਮ ਆਖਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੇ ਹੁਣ ਅੱਜ ਦੀ ਸਭ ਤੋਂ ਵੱਡੀ ਗੱਲ ਕਿ ਟਰਮ ਯੂਰੋਲੋਜੀ ਜਿਹੜੀ ਹੈਗੀ ਹੈ, ਯੂਰੋਲੋਜੀ ਦੇ ਨਾਲ ਵੈਸੇ ਹਰੇਕ ਇਨਸਾਨ, ਆਮ ਇਨਸਾਨ ਇਸ ਦੇ ਨਾਲ ਨਹੀਂ ਜਾਣੂ ਹੈਗਾ। ਤਾਂ ਇਹ ਟਰਮ ਹੈ ਕਿ ਇਹ ਯੂਰੋਲੋਜੀ ਜਿਹੜੀ ਹੈਗੀ ਆ ਇਨਸਾਨੀ ਸਰੀਰ ਦੇ ਨਾਲ ਕਿਸ ਪ੍ਰਕਾਰ ਦੇ ਨਾਲ ਜੁੜੀ ਹੈ ਸਰ? ਦੇਖੋ ਜੀ, ਯੂਰੋਲੋਜੀ ਦਾ ਮਤਲਬ ਹੈ ਯੂਰਿਨ ਦੇ ਰਸਤੇ ਦੀ ਸਟੱਡੀ ਤੇ ਉਸ ਦਾ ਇਲਾਜ, ਬਿਮਾਰੀਆਂ ਦਾ ਇਲਾਜ। ਯੂਰਿਨ ਦਾ ਰਸਤਾ ਕਿਡਨੀ 'ਚ ਯੂਰਿਨ ਬਣਦਾ ਹੈ, ਪਾਈਪਾਂ ਰਾਹੀਂ ਨੀਚੇ ਮਸਾਨੇ 'ਚ ਆਉਂਦਾ ਹੈ ਤੇ ਉਸ ਤੋਂ ਬਾਅਦ ਬਾਹਰ ਆਉਂਦਾ ਹੈ। ਇਸ ਰਸਤੇ ਦੀ ਜਿੰਨੀ ਵੀ ਪ੍ਰੋਬਲਮਸ ਨੇ ਉਹ ਯੂਰੋਲੋਜੀ ਡੀਲ ਕਰਦੀ ਹੈ, ਜਿਵੇਂ ਯੂਰਿਨ 'ਚ ਇਨਫੈਕਸ਼ਨ ਹੋ ਜਾਣਾ ਜਾਂ ਯੂਰਿਨ ਦੇ ਰਸਤੇ ਵਿੱਚ ਪੱਥਰੀ ਬਣ ਜਾਣਾ। ਉਸ ਤੋਂ ਇਲਾਵਾ ਪਿਸ਼ਾਬ ਦਾ ਬਾਰ-ਬਾਰ ਆਉਣਾ, ਪਿਸ਼ਾਬ ਰੁਕ ਕੇ ਆਉਣਾ, ਪਿਸ਼ਾਬ ਖੁੱਲ੍ਹ ਕੇ ਨਾ ਹੋ ਪਾਉਣਾ ਜਾਂ ਪਿਸ਼ਾਬ ਵਿੱਚ ਨਿਕਲ ਜਾਣਾ, ਜੋ ਕਿ ਬੱਚਿਆਂ ਵਿੱਚ ਜਾਂ ਬਜ਼ੁਰਗਾਂ ਵਿੱਚ ਕਾਮਨ ਹੈ। ਇਸ ਤੋਂ ਇਲਾਵਾ ਪਿਸ਼ਾਬ ਵਿੱਚ ਬਲੱਡ ਆਉਣਾ, ਜੋ ਕਿ ਇੱਕ ਇੰਪੋਰਟੈਂਟ ਸਾਈਨ ਹੈ ਕੈਂਸਰ ਵਾਸਤੇ। ਤਾਂ ਕਿਡਨੀ ਦਾ, ਪਿਸ਼ਾਬ ਦੇ ਰਸਤੇ ਦਾ, ਗਦੂਦਾਂ ਦਾ ਅਗਰ ਕੋਈ ਕੈਂਸਰ ਹੁੰਦਾ ਉਹ ਵੀ ਯੂਰੋਲੋਜੀ ਡੀਲ ਕਰਦੀ ਹੈ। ਤਾਂ ਡਾਕਟਰ ਸਾਹਿਬ, ਅਸੀਂ ਯੂਰੋਲੋਜੀ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ। ਤਾਂ ਯੂਰੋਲੋਜੀ ਦੇ ਵਿੱਚ ਖਾਸ ਤੌਰ ਤੇ ਪੱਥਰੀ ਦੀ ਗੱਲਬਾਤ ਲੋਕ ਬਹੁਤ ਜ਼ਿਆਦਾ ਕਰਦੇ ਨੇ, ਇਹਦੀ ਸਮੱਸਿਆ ਵੀ ਬਹੁਤ ਜ਼ਿਆਦਾ। ਤਾਂ ਇਹਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਜ਼ਰੂਰ ਦਿਓ ਸਾਡੇ ਦਰਸ਼ਕਾਂ ਨੂੰ। ਦੇਖੋ, ਜਿਵੇਂ ਆਪਣੀ ਟੂਟੀ ਦੇ ਉੱਤੇ ਸ਼ੋਰਾ ਜੰਮਦਾ ਹੈ, ਉਵੇਂ ਹੀ ਜਿੱਥੋਂ ਕਿਡਨੀ ਵਿੱਚ ਯੂਰਿਨ ਬਣਦਾ ਹੈ ਉੱਥੇ ਜਦੋਂ ਸਾਲਟਸ ਡਿਪੋਜ਼ਿਟ ਹੋ ਜਾਂਦੇ ਹੈ ਤਾਂ ਉਹੀ ਸਟੋਨ ਦਾ ਰੂਪ ਲੈ ਲੈਂਦੇ ਨੇ। ਸਟੋਨ ਜ਼ਿਆਦਾਤਰ ਕੈਲਸ਼ੀਅਮ ਦੀ ਡਿਪੋਜੀਸ਼ਨ ਨਾਲ ਹੁੰਦੇ ਨੇ, ਯੂਰਿਕ ਐਸਿਡ ਤੇ ਜਾਂ ਉਸ ਤੋਂ ਇਲਾਵਾ ਹੋਰ ਸਾਲਟਸ ਹੁੰਦੇ ਹੈ ਜਿਨ੍ਹਾਂ ਨਾਲ ਸਟੋਨ ਬਣ ਜਾਂਦੇ ਨੇ। ਤਾਂ ਸਟੋਨ ਦੇ ਲੱਛਣ ਜ਼ਿਆਦਾਤਰ ਇਹ ਦਰਦ ਨਾਲ ਪ੍ਰੈਜ਼ੈਂਟ ਕਰਦੇ ਹੈ। ਐਕਚੁਅਲੀ ਸਟੋਨ ਵਿੱਚ ਕਾਫੀ ਤੇਜ਼ ਦਰਦ ਹੁੰਦਾ ਹੈ, ਜਿਸ ਕਰਕੇ ਲੋਕ ਸਟੋਨ ਤੋਂ ਡਰਦੇ ਨੇ। ਉਂਝ ਸਟੋਨ ਤੋਂ ਡਰਨ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਹੈ, ਅਗਰ ਇਸ ਦਾ ਇਲਾਜ ਟਾਈਮ ਸਿਰ ਕੀਤਾ ਜਾਵੇ। ਮੋਸਟਲੀ ਪੇਸ਼ੈਂਟ ਨੂੰ ਕਿਡਨੀ ਦੇ ਏਰੀਏ ਤੋਂ ਲੈ ਕੇ ਬੱਖੀ ਵਿੱਚ ਤੇ ਨੀਚੇ ਲੱਤ ਤੱਕ ਦਰਦ ਜਾਂਦਾ ਹੈ, ਤਾਂ ਜੋ ਕਾਫੀ ਸਵੇਰ ਹੁੰਦਾ ਹੈ ਤੇ ਮੋਸਟਲੀ ਪੇਸ਼ੈਂਟਸ ਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਹੈ ਤੇ ਇੰਜੈਕਸ਼ਨ ਦੀ ਜ਼ਰੂਰਤ ਪੈਂਦੀ ਹੈ। ਮੋਸਟਲੀ ਸਟੋਨ ਐਵੇਂ ਹੀ ਪਤਾ ਚੱਲਦੇ ਹਨ। ਜਿਹੜੇ ਸਟੋਨ ਸਾਇਲੈਂਟ ਰਹਿ ਜਾਂਦੇ ਨੇ ਉਹ ਗੁਰਦੇ ਨੂੰ ਨੁਕਸਾਨ ਕਰ ਸਕਦੇ ਨੇ। ਤਾਂ ਸਟੋਨ ਬਣਦੇ ਕਿਉਂ ਨੇ? ਕਾਫੀ ਰੀਜ਼ਨਸ ਹੁੰਦੇ ਨੇ, ਜਿਸ 'ਚ ਜ਼ਿਆਦਾਤਰ ਜੈਨੇਟਿਕ, ਡਾਈਟਰੀ ਰਿਲੇਸ਼ਨ ਤੇ ਮੈਟਾਬੋਲਿਕ ਰੀਜ਼ਨ ਹੁੰਦੇ ਨੇ। ਸਟੋਨ ਦੀ ਟ੍ਰੀਟਮੈਂਟ ਜਿਹਦੀ ਆਪਾਂ ਗੱਲ ਕਰੀਏ ਤਾਂ ਸਟੋਨ ਨੂੰ ਪਹਿਲਾਂ ਮੋਸਟਲੀ ਆਪਾਂ ਅਲਟਰਾਸਾਊਂਡ ਰਾਹੀਂ ਜਾਂ CT ਰਾਹੀਂ ਇੱਕ ਵਾਰ ਚੈੱਕ ਕਰ ਲੈਂਦੇ ਹਾਂ ਕਿ ਕਿਸ ਲੈਵਲ ਤੇ ਸਟੋਨ ਹੈ ਤੇ ਕਿੰਨਾ ਵੱਡਾ ਸਟੋਨ ਹੈ, ਤੇ ਉਸ ਹਿਸਾਬ ਨਾਲ ਉਸਦੀ ਟ੍ਰੀਟਮੈਂਟ ਪਲਾਨ ਹੁੰਦੀ ਹੈ। ਤੇ ਨਾਲ ਦੀ ਨਾਲ ਸਰ ਇਹ ਵੀ ਗੱਲ ਹੈ ਕਿ ਜਿਹੜੇ ਵੀ ਲੋਕ ਇਸ ਚੀਜ਼ ਦਾ ਇਲਾਜ ਕਰਵਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਜਦੋਂ ਤੋਂ ਇਲਾਜ ਕਰਵਾਉਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਇੱਕ ਡਰ ਜ਼ਰੂਰ ਹੁੰਦਾ ਹੈ, ਅਤੇ ਉਹ ਡਰ ਇਹ ਹੁੰਦਾ ਹੈ ਕਿ ਜਦੋਂ ਮੇਰੇ ਸਟੋਨ ਹੋ ਗਿਆ ਤਾਂ ਮੈਨੂੰ ਆਪਰੇਸ਼ਨ ਕਰਵਾਉਣਾ ਪਊਗਾ। ਹੁਣ ਆਪਰੇਸ਼ਨ ਹੀ ਇਸ ਦਾ ਇਕਲੌਤਾ ਜਿਹੜਾ ਹੈਗਾ ਵਿਕਲਪ ਹੈ, ਜਾਂ ਫਿਰ ਹੋਰ ਵੀ ਕਿਸੇ ਪ੍ਰਕਾਰ ਦੇ ਨਾਲ ਇਹਦਾ ਹੱਲ ਕੀਤਾ ਜਾ ਸਕਦਾ ਹੈ? ਦੇਖੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀ ਕਿ ਸਟੋਨ ਕਿਸੇ ਕਾਰਨ ਕਰਕੇ ਬਣ ਰਹੇ ਹੈ, ਤਾਂ ਜਿਸ ਬੰਦੇ ਵਿੱਚ ਉਹ ਕਾਰਨ ਹੈ ਤਾਂ ਉਸਨੂੰ ਸਟੋਨ ਬਾਰ-ਬਾਰ ਬਣਨਗੇ। ਤਾਂ ਮੋਸਟਲੀ ਲੋਕ ਸਟੋਨ ਨੂੰ ਈਜ਼ੀਲੀ ਪਾਸ ਆਊਟ ਕਰ ਲੈਂਦੇ ਨੇ। ਆਪਾਂ ਕਹੀਏ ਤਾਂ 80% ਸਟੋਨ ਪਾਸ ਆਊਟ ਹੁੰਦੇ ਆਪਣੇ ਆਪ, ਉਹ ਨੈਚੁਰਲ ਰਸਤੇ ਰਾਹੀਂ ਨਿਕਲ ਜਾਂਦੇ ਨੇ। ਜਿਹੜਾ ਸਟੋਨ ਫਸ ਜਾਵੇ ਜਾਂ ਆਪਾਂ ਨੂੰ ਤੇਜ਼ ਦਰਦ ਕਰੇ ਜਾਂ ਬਾਰ-ਬਾਰ ਦਰਦ ਕਰੇ ਜਾਂ ਗੁਰਦੇ ਨੂੰ ਨੁਕਸਾਨ ਕਰੇ, ਉਸਨੂੰ ਆਪਾਂ ਨੂੰ ਕੱਢਣ ਦੀ ਲੋੜ ਪੈਂਦੀ ਹੈ। ਦੇਖੋ, ਡਰਨ ਵਾਲੀ ਕੋਈ ਗੱਲ ਨਹੀਂ ਹੈ ਪੱਥਰੀ ਦੇ ਆਪਰੇਸ਼ਨ ਤੋਂ। ਪਹਿਲਾਂ ਦਾ ਆਪਰੇਸ਼ਨ ਵਰਡ ਹੀ ਐਕਚੁਅਲੀ ਆਪਣੇ ਵਿੱਚ ਬਹੁਤ ਵੱਡਾ ਹੈ। ਬਿਲਕੁਲ ਜੀ। ਆਪਰੇਸ਼ਨ ਦਾ ਮਤਲਬ ਤੁਹਾਡੇ ਲਈ ਵੀ ਹੋਏਗਾ ਚੀਰਾ ਤੇ ਟਾਂਕਾ। ਤਾਂ ਅੱਜ ਕੱਲ੍ਹ ਟੈਕਨੋਲੋਜੀ ਬਦਲ ਗਈ ਹੈ, ਐਂਡੋਸਕੋਪਸ ਆ ਗਏ ਨੇ, ਦੁਰਬੀਨਾਂ ਨੇ ਬਿਲਕੁਲ ਬਾਰੀਕ ਜੋ ਨੈਚੁਰਲ ਪਿਸ਼ਾਬ ਦੇ ਰਸਤੇ ਤੋਂ ਹੀ ਜਾ ਕੇ ਆਪਾਂ ਅੰਦਰ ਦੇ ਅੰਦਰ ਸਟੋਨ ਨੂੰ ਲੇਜ਼ਰ ਨਾਲ ਜਾਂ ਲਿਥੋਕਲਾਸਟ ਨਾਲ ਤੋੜ ਦਿੰਦੇ ਹਾਂ, ਚੋਰਾ ਬਾਹਰ ਨਿਕਲ ਜਾਂਦਾ ਹੈ। ਤਾਂ ਉਸ ਲਈ ਕੋਈ ਚੀਰਾ ਟਾਂਕਾ ਦੇਣ ਦੀ ਲੋੜ ਨਹੀਂ ਹੈ ਤੇ ਉਹ ਪੇਸ਼ੈਂਟ ਨੂੰ ਕੋਈ ਰੈਸਟ ਦੀ ਲੋੜ ਨਹੀਂ ਪੈਂਦੀ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਆਪਰੇਸ਼ਨ ਜ਼ਰੂਰੀ ਹੈ, ਨਹੀਂ, ਐਵੇਂ ਦੀ ਗੱਲ ਨਹੀਂ ਹੈ ਕਿ ਹਰ ਪੇਸ਼ੈਂਟ ਨੂੰ ਆਪਰੇਸ਼ਨ ਦੀ ਲੋੜ ਹੈ। ਕਾਫੀ ਪੱਥਰੀਆਂ ਜਾਂ ਛੋਟੀ ਪੱਥਰੀਆਂ ਜੇ ਅਰਲੀ ਸਟੇਜ ਡਿਟੈਕਟ ਹੋ ਜਾਣ ਤਾਂ ਆਪਾਂ ਉਹਨੂੰ ਦਵਾਈਆਂ ਨਾਲ ਹੀ ਮੈਨੇਜ ਕਰ ਸਕਦੇ ਹਾਂ। ਜੇ ਅਗਰ ਆਪਾਂ ਗੱਲ ਕਰੀਏ ਕਿ ਕਿਵੇਂ ਮੈਨੇਜ ਕਰ ਸਕਦੇ ਹਾਂ, ਤਾਂ ਮੋਸਟਲੀ ਜੋ ਛੋਟੀ ਪੱਥਰੀ ਹੈ ਤਾਂ ਉਸਨੂੰ ਆਪਾਂ ਆਪਣੇ ਆਪ ਪਾਸ ਹੋਣ ਲਈ ਵੇਟ ਕਰਦੇ ਹਾਂ। ਕੁਝ ਦਵਾਈਆਂ ਹੁੰਦੀਆਂ ਜਿਸ ਨਾਲ ਆਪਾਂ ਪਿਸ਼ਾਬ ਦੇ ਰਸਤੇ ਨੂੰ ਰਿਲੈਕਸ ਕਰ ਸਕਦੇ ਹਾਂ ਤੇ ਪੱਥਰੀ ਨਿਕਲਣ ਵਿੱਚ ਹੈਲਪ ਹੁੰਦੀ ਹੈ ਉਹਦੇ ਨਾਲ। ਤੇ ਡਾਕਟਰ ਸਾਹਿਬ, ਹੁਣ ਦਵਾਈਆਂ ਦੀ ਗੱਲ ਆਈ ਹੈ ਤਾਂ ਦਵਾਈਆਂ ਖੈਰ ਜੋ ਡਾਕਟਰੀ ਤੌਰ ਤੇ ਇੱਕ ਦੱਸੀਆਂ ਹੋਈਆਂ ਖਾਸ ਦਵਾਈਆਂ ਹੁੰਦੀਆਂ ਨੇ ਉਹ ਤਾਂ ਮੰਨਣ ਦੇ ਕਾਬਿਲ ਨੇ, ਕਿਉਂਕਿ ਉਹ ਇੱਕ ਬਹੁਤ ਜ਼ਿਆਦਾ ਰਿਸਰਚ ਤੋਂ ਬਾਅਦ ਹੀ ਦੱਸੀ ਜਾਂਦੀ ਹੈ ਇੱਕ ਡਾਕਟਰ ਦੇ ਵੱਲੋਂ। ਪਰ ਜਦੋਂ ਅਸੀਂ ਗੱਲਬਾਤ ਆਉਂਦੀ ਹੈ ਘਰਾਂ ਦੇ ਵਿੱਚ, ਤਾਂ ਘਰਾਂ ਦੇ ਵਿੱਚ ਬਹੁਤ ਸਾਰੇ, ਹੁਣ ਮੇਰਾ ਇੱਕ ਦੋਸਤ ਸੀ, ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਗਰ ਪੱਥਰੀ ਹੋ ਗਈ ਤਾਂ ਬੀਅਰ ਪੀਓ ਜਾਂ ਫਿਰ ਖਾਰਾ ਜਾਂ ਸੋਡਾ ਵਗੈਰਾ ਪੀ ਕੇ ਨਾ ਇਹਦਾ ਇਲਾਜ ਕੀਤਾ ਜਾ ਸਕਦਾ। ਤਾਂ ਇਹ ਇਸ ਤਰ੍ਹਾਂ ਦੇ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਨਾਲ ਕੋਈ ਫਰਕ ਵਾਕਈ ਪੈਂਦਾ?
ਦੇਖੋ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ। ਮੇਰੇ ਕੋਲ ਜਿਹੜਾ ਵੀ ਪੇਸ਼ੈਂਟ ਆਉਂਦਾ ਹੈ ਪਹਿਲਾ ਕੁਐਸਚਨ ਉਸਦਾ ਇਹੀ ਹੁੰਦਾ ਹੈ ਜੀ ਕਿ ਡਾਕਟਰ ਸਾਹਿਬ ਮੈਂ ਬੀਅਰ ਪੀ ਲਾਂ, ਤੇ ਕਈ ਲੋਕ ਤਾਂ ਇਸ ਬਹਾਨੇ ਬੀਅਰ ਵੀ ਪੀ ਜਾਂਦੇ ਨੇ। ਅੱਛਾ ਜੀ। ਐਕਚੁਅਲੀ ਐਵੇਂ ਨਹੀਂ ਹੁੰਦਾ ਜੀ ਦੇਖੋ, ਬੀਅਰ ਜਾਂ ਪਾਣੀ ਉਹਦੇ ਨਾਲ ਯੂਰਿਨ ਦੀ ਮਾਤਰਾ ਐਕਸਟਰਾ ਬਣੇਗੀ। ਬੀਅਰ ਇੱਕ ਡਾਇਊਰੈਟਿਕ ਦਾ ਕੰਮ ਕਰਦੀ ਹੈ, ਯੂਰਿਨ ਦੀ ਮਾਤਰਾ ਨੂੰ ਵਧਾਉਂਦੀ ਹੈ, ਪਰ ਕੀ ਉਹ ਪੱਥਰੀ ਕੱਢਣ ਵਿੱਚ ਹੈਲਪਫੁਲ ਹੈ ਜਾਂ ਨਹੀਂ? ਬੇਸਿਕਲੀ ਜਦੋਂ ਪੱਥਰੀ ਫਸੀ ਹੋਈ ਹੈ ਉਸ ਟਾਈਮ ਕਿਡਨੀ ਤੇ ਸੋਜਿਸ਼ ਆਈ ਹੋਈ ਹੈ ਕਾਫੀ ਜ਼ਿਆਦਾ, ਜਿਸ ਕਰਕੇ ਦਰਦ ਹੁੰਦਾ ਹੈ। ਤਾਂ ਦਰਦ ਜਦੋਂ ਕਿਡਨੀ ਬਲੌਕਡ ਹੈ ਉਸ ਕਰਕੇ ਹੁੰਦਾ ਹੈ। ਤਾਂ ਉਸ ਟਾਈਮ ਅਗਰ ਆਪਾਂ ਲਿਕਵਿਡਸ ਨੂੰ ਇਨਟੇਕ ਵਧਾਵਾਂਗੇ, ਚਾਹੇ ਉਹ ਪਾਣੀ ਹੈ, ਚਾਹੇ ਉਹ ਬੀਅਰ ਹੈ, ਚਾਹੇ ਉਹ ਖਾਰਾ ਹੈ, ਤਾਂ ਉਸ ਨਾਲ ਕੋਈ ਫਰਕ ਨਹੀਂ ਪਏਗਾ। ਰਾਦਰ ਉਸ ਨਾਲ ਸੋਜਿਸ਼ ਵਧੇਗੀ ਤੇ ਦਰਦ ਵੀ ਵਧੇਗਾ। ਤਾਂ ਉਸ ਟਾਈਮ ਜ਼ਿਆਦਾ ਲਿਕਵਿਡ ਕੰਜ਼ਿਊਮ ਕਰਨਾ ਇੱਕ ਗਲਤ ਗੱਲ ਹੈ। ਇਹ ਧਾਰਨਾ ਕਾਫੀ ਪੁਰਾਣੀ ਬਣੀ ਹੋਈ ਹੈ, ਕਿਉਂਕਿ ਜਿਸ ਟਾਈਮ ਆਪਰੇਸ਼ਨਸ ਇੰਨੇ ਈਜ਼ੀਲੀ ਨਹੀਂ ਹੁੰਦੇ ਸੀਗੇ ਤਾਂ ਉਸ ਟਾਈਮ ਇਹ ਥੈਰੇਪੀਜ਼ ਪਹਿਲਾਂ ਹੁੰਦੀਆਂ ਸੀ, ਜਿਸ ਨੂੰ ਅਸੀਂ ਡਾਇਊਰੈਟਿਕ ਥੈਰੇਪੀ ਕਹਿੰਦੇ ਸੀ ਜਾਂ ਫਲਸ਼ ਥੈਰੇਪੀ ਕਹਿੰਦੇ ਸੀ, ਕਿ ਸਟੋਨ ਨੂੰ ਫਲਸ਼ ਕਰਕੇ ਬਾਹਰ ਕੱਢ ਦਿਓ ਜੀ। ਪਰ ਐਕਚੁਅਲੀ ਐਵੇਂ ਨਹੀਂ ਹੁੰਦਾ। ਜਿਹੜੀ ਆਪਣੀ ਯੂਰਿਨ ਦੀ ਪਾਈਪ ਹੈ ਉਹ ਕੋਈ ਪਲਾਸਟਿਕ ਦੀ ਪਾਈਪ ਨਹੀਂ ਹੈ ਕਿ ਉਸ 'ਚ ਆਪਾਂ ਫਲਸ਼ ਕਰ ਦਈਏ। ਉਹ ਸਪਾਜ਼ਮ ਹੋਇਆ ਹੁੰਦਾ ਜਿਸ ਕਰਕੇ ਪੱਥਰੀ ਨਹੀਂ ਨਿਕਲ ਪਾਉਂਦੀ। ਅਗਰ ਆਪਾਂ ਸਪਾਜ਼ਮ ਕੱਟੇਗਾ ਤਾਂ ਹੀ ਪੱਥਰੀ ਆਏਗੀ। ਪਾਣੀ, ਬੀਅਰ, ਸੋਡਾ ਜੋ ਵੀ, ਉਹਦੇ ਨਾਲ ਜ਼ਿਆਦਾ ਦਰਦ ਵਧੇਗਾ। ਤਾਂ ਉਸ ਟਾਈਮ ਨੂੰ ਆਪਾਂ ਨੂੰ ਪਾਣੀ ਦੀ ਮਾਤਰਾ ਘਟਾਉਣੀ ਹੁੰਦੀ ਹੈ ਜਿਸ ਟਾਈਮ ਪੱਥਰੀ ਫਸੀ ਹੋਈ ਹੈ। ਸਟੋਨ ਨਿਕਲਣ ਦੀ ਵੇਟ ਕਰਨੀ ਚਾਹੀਦੀ ਹੈ। ਅਗਰ ਆਪਾਂ ਗੱਲ ਕਰੀਏ ਕਿ ਫਿਰ ਪਾਣੀ ਪੀਣ ਦਾ ਮਕਸਦ ਕੀ ਹੈ, ਪਾਣੀ ਪੀਣ ਦਾ ਮਕਸਦ ਹੈ ਪਿਸ਼ਾਬ ਨੂੰ ਪਤਲਾ ਰੱਖਣਾ, ਜਾਂ ਆਪਾਂ ਕਹੀਏ ਉਹਦੇ ਸਾਲਟ ਦੀ ਕੰਸਨਟ੍ਰੇਸ਼ਨ ਘਟਾਉਣੀ, ਤਾਂ ਕਿ ਯੂਰਿਨ ਪਤਲਾ ਰਹੇ, ਸਾਲਟਸ ਨਾ ਜੰਮਣ ਤੇ ਪੱਥਰੀ ਅੱਗੇ ਹੋਰ ਨਾ ਬਣੇ। ਯਾਨੀ ਜਦੋਂ ਪੱਥਰੀ ਫਸੀ ਹੋਈ ਨਹੀਂ ਹੈ, ਫਿਊਚਰ ਸਟੋਨ ਪ੍ਰੀਵੈਂਟ ਕਰਨ ਲਈ ਜਾਂ ਸਟੋਨ ਦੀ ਗਰੋਥ ਘਟਾਉਣ ਲਈ ਇਹ ਚੀਜ਼ ਹੈਲਪਫੁਲ ਹੋਏਗੀ, ਜੋ ਆਪਾਂ ਪਾਣੀ ਦੀ ਗੱਲ ਕਰ ਰਹੇ ਹਾਂ। ਤਾਂ ਇਨ ਸ਼ਾਰਟ, ਬੀਅਰ ਪੀਣਾ, ਇੱਕ ਨਾਰਮਲ ਇੱਕ ਗਲਾਸ ਬੀਅਰ, ਇੱਕ ਗਲਾਸ ਪਾਣੀ 'ਚ ਕੁਝ ਫਰਕ ਨਹੀਂ ਹੈ, ਤੇ ਬੀਅਰ ਜਾਂ ਖਾਰਾ ਕੋਈ ਹੈਲਪ ਨਹੀਂ ਕਰੇਗਾ ਤੁਹਾਨੂੰ। ਸਰ, ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਮਿਥਾਂ ਬਣੀਆਂ ਹੋਈਆਂ ਸੀ ਉਸ ਦੇ ਬਾਰੇ ਵਿੱਚ, ਅਤੇ ਇੱਕ ਖਾਸ ਗੱਲ ਜਿਹੜੀ ਕਿ ਅਸੀਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਵੀ ਗੱਲ ਕੀਤੀ ਸੀ ਅਤੇ ਉਸ ਚੀਜ਼ ਨੂੰ ਅਸੀਂ ਰੈਗੂਲਰ ਕਰਨਾ ਚਾਹਾਂਗੇ, ਕਿ ਜਿਹੜੀਆਂ ਹੁਣ ਤੱਕ ਦੀਆਂ ਪ੍ਰੋਬਲਮਾਂ ਹੈਗੀਆਂ ਸੀ ਉਸ ਦੇ ਬਾਰੇ ਵਿੱਚ ਲੋਕਾਂ ਦੇ ਵੱਲੋਂ ਪਹਿਲਾਂ ਸੋਚਿਆ ਜਾਂਦਾ ਸੀ ਕਿ ਜਿਹੜੀਆਂ ਸਾਡੀਆਂ ਖਾਣ ਦੀਆਂ ਆਦਤਾਂ ਹੈਗੀਆਂ ਨੇ, ਸਾਡੀਆਂ ਫੂਡ ਹੈਬਿਟਸ ਹੈਗੀਆਂ ਨੇ, ਉਹ ਇਸ ਚੀਜ਼ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ। ਤਾਂ ਕਿਸ ਪ੍ਰਕਾਰ ਦੇ ਨਾਲ ਜਦੋਂ ਅਸੀਂ ਮੋਡੀਫਾਈ ਕਰਾਂਗੇ ਆਪਣੇ ਲਾਈਫ ਸਟਾਈਲ ਨੂੰ, ਕਿਸ ਪ੍ਰਕਾਰ ਦੇ ਨਾਲ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਪੱਥਰੀ ਦੂਰ ਹੋ ਸਕਦੀ ਹੈ, ਤਾਂ ਅਸੀਂ ਪੱਥਰੀ ਤੋਂ ਨਿਜਾਤ ਹਾਸਲ ਕਰ ਸਕਦੇ ਹਾਂ? ਦੇਖੋ, ਤੁਹਾਡਾ ਇਹ ਕੁਐਸਚਨ ਐਕਚੁਅਲੀ ਅੱਜ ਦੇ ਪੂਰੇ ਸ਼ੋਅ ਦਾ ਸਭ ਤੋਂ ਮੇਨ ਕੁਐਸਚਨ ਹੈ, ਤੇ ਮੈਂ ਚਾਹੂੰਗਾ ਕਿ ਦਰਸ਼ਕ ਇਸ ਨੂੰ ਥੋੜ੍ਹਾ ਧਿਆਨ ਨਾਲ ਸੁਣਨ, ਜਿਸ ਨਾਲ ਉਸ ਨੂੰ ਥੋੜ੍ਹਾ ਗੇਨ ਹੋਏਗਾ। ਐਕਚੁਅਲੀ ਦੇਖੋ, ਪੱਥਰੀ ਦੀ ਪ੍ਰੋਬਲਮ ਪਹਿਲਾਂ ਇੰਨੀ ਨਹੀਂ ਦੇਖੀ ਜਾਂਦੀ ਸੀ, ਅੱਜ ਦੀ ਡੇਟ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ। ਤਾਂ ਡੈਫੀਨੇਟਲੀ ਇੱਕ ਲਾਈਫ ਸਟਾਈਲ ਦੀ ਹੀ ਦੇਣ ਹੈ। ਅਗਰ ਆਪਾਂ ਪੱਥਰੀ ਦੀ ਸਮਝਣਾ ਹੈ ਤਾਂ ਪਹਿਲਾਂ ਆਪਾਂ ਨੂੰ ਸਮਝਣਾ ਪਏਗਾ ਪੱਥਰੀ ਬਣਦੀ ਕਿਵੇਂ ਹੈ। ਦੇਖੋ, ਪੱਥਰੀ ਜਦੋਂ ਯੂਰਿਨ ਵਿੱਚ ਸਾਲਟਸ ਦੀ ਮਾਤਰਾ ਵੱਧ ਜਾਂਦੀ ਹੈ, ਚਾਹੇ ਉਹ ਕਿਸੇ ਜੈਨੇਟਿਕ ਕਾਰਨ ਕਰਕੇ ਜ਼ਿਆਦਾ ਐਕਸਕ੍ਰੀਟ ਹੋ ਰਹੇ ਨੇ ਜਾਂ ਖਾਣ ਪੀਣ ਕਰਕੇ ਉਹ ਵੱਧ ਰਹੇ ਨੇ, ਤਾਂ ਉਹ ਪ੍ਰੈਸਿਪੀਟੇਟ ਹੁੰਦੇ ਨੇ। ਕੋਈ ਵੀ ਸਾਲਟਸ ਨੂੰ ਜਾਂ ਨਮਕ ਜਿਵੇਂ ਆਪਾਂ ਕਹਿ ਸਕਦੇ ਹਾਂ, ਉਸ ਨੂੰ ਪ੍ਰੈਸਿਪੀਟੇਟ ਹੋਣ ਲਈ ਨਾਲ ਇੱਕ ਪੀਐਚ ਦਾ ਇੰਪੋਰਟੈਂਟ ਰੋਲ ਹੈ। ਯਾਨੀ ਯੂਰਿਨ ਐਸਿਡ ਘੱਟ ਹੈ ਜਾਂ ਜ਼ਿਆਦਾ ਹੈ, ਉਸ ਨਾਲ ਵੀ ਪੱਥਰੀ ਬਣਨ 'ਤੇ ਫਰਕ ਪੈਂਦਾ ਹੈ। ਤਾਂ ਅਗਰ ਆਪਾਂ ਗੱਲ ਕਰੀਏ ਕਿ ਪ੍ਰੈਕਟੀਕਲ ਕੀ ਚੀਜ਼ਾਂ ਦਾ ਖਾਣ ਪੀਣ 'ਚ ਫਰਕ ਪਾਉਣਾ ਹੈ, ਤਾਂ ਸਭ ਤੋਂ ਇੰਪੋਰਟੈਂਟ ਗੱਲ ਤਾਂ ਮੈਂ ਪਾਣੀ ਦੀ ਦੁਬਾਰਾ ਕਰਾਂਗਾ। ਪਹਿਲੀ ਗੱਲ ਮੈਂ ਇੱਕ ਚੀਜ਼ ਉਰੇ ਕਲੀਅਰ ਕਰਨਾ ਚਾਹੂੰਗਾ ਕਿ ਜਿਸ ਪੇਸ਼ੈਂਟ ਦੇ ਪੱਥਰੀ ਫਸੀ ਹੋਈ ਹੈ, ਜਿਸ ਨੂੰ ਦਰਦ ਹੋ ਰਿਹਾ ਹੈ, ਇਹ ਹਿਦਾਇਤਾਂ ਉਸ ਲਈ ਬੈਨੀਫੀਸ਼ੀਅਲ ਨਹੀਂ ਨੇ। ਇਹ ਹਿਦਾਇਤਾਂ ਨਾਲ ਆਪਾਂ ਪੱਥਰੀ ਬਣਨ ਤੋਂ ਘਟਾ ਸਕਦੇ ਹਾਂ ਜਾਂ ਉਸ ਦੀ ਗਰੋਥ ਨੂੰ ਵਧਣ ਤੋਂ ਰੋਕ ਸਕਦੇ ਹਾਂ, ਉਸ ਲਈ ਨੇ ਇਹ। ਤਾਂ ਸਭ ਤੋਂ ਪਹਿਲਾਂ ਪੀਣ ਵਾਲੀ ਚੀਜ਼ਾਂ ਦਾ ਰੋਲ। ਅਗਰ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਦੀ ਮਾਤਰਾ ਐਟਲੀਸਟ 2 ਲੀਟਰ ਲੈਣੀ ਚਾਹੀਦੀ ਹੈ। ਜਿਹੜਾ ਬੰਦਾ ਅਗਰ ਧੁੱਪ ਵਿੱਚ ਕੰਮ ਕਰ ਰਿਹਾ ਹੈ ਜਾਂ ਜਿਮ ਵਿੱਚ ਜਾ ਰਿਹਾ ਹੈ ਤਾਂ ਉਸ ਦੀ ਐਕਸਕ੍ਰੀਸ਼ਨ ਸਵੈਟਿੰਗ ਜ਼ਿਆਦਾ ਹੋ ਰਹੀ ਹੈ, ਤਾਂ ਉਸ ਦੀ ਰਿਕੁਆਇਰਮੈਂਟ ਜ਼ਿਆਦਾ ਹੈ। ਤਾਂ ਮੋਟਾ ਆਪਾਂ ਕਹੀਏ ਕਿ ਜਿੰਨੀ ਤੁਹਾਨੂੰ ਪਿਆਸ ਲੱਗਦੀ ਹੈ ਤੁਸੀਂ ਉਨਾ ਪਾਣੀ ਪੀਓ, ਡੀਹਾਈਡਰੇਟਡ ਨਾ ਰੱਖੋ। ਜਿਵੇਂ ਖਾਸ ਕਰ ਗਰਮੀ ਵਾਲੇ ਏਰੀਆ ਵਿੱਚ ਪੱਥਰੀ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ, ਇਸੇ ਕਰਕੇ। ਉਸ ਤੋਂ ਬਾਅਦ ਪੀਣ ਵਾਲੀ ਬਾਕੀ ਚੀਜ਼ਾਂ ਜਿਵੇਂ ਬੀਅਰ, ਸੋਡਾ, ਕੋਲਡ ਡਰਿੰਕ, ਇਹ ਸਭ ਚੀਜ਼ਾਂ ਅਵੋਇਡ ਕਰਨੀ ਚਾਹੀਦੀਆਂ। ਐਕਚੁਅਲੀ ਸਿੰਪਲ ਆਪਾਂ ਕਹੀਏ ਕਿ ਫਿਜ਼ੀ ਤੇ ਕਾਰਬੋਨੇਟਡ ਡਰਿੰਕਸ, ਉਹਨਾਂ ਵਿੱਚ ਸ਼ੂਗਰ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਹੈ। ਜਿਵੇਂ ਕੋਲਡ ਡਰਿੰਕ ਹੋ ਗਿਆ, ਆਰਟੀਫਿਸ਼ੀਅਲ ਜੂਸਿਸ ਹੋ ਗਏ, ਇਹਨਾਂ ਚੀਜ਼ਾਂ ਵਿੱਚ ਸ਼ੂਗਰ ਕੰਟੈਂਟ ਜ਼ਿਆਦਾ ਹੁੰਦਾ ਹੈ ਤੇ ਨਾਲ ਕਾਰਬੋਨੇਟਡ ਵੀ ਹੁੰਦੇ ਨੇ। ਇਹ ਇਹਨਾਂ ਕਰਕੇ ਉਲਟਾ ਸਟੋਨ ਬਣਨ ਦੇ ਚਾਂਸ ਵੱਧਦੇ ਨੇ, ਤਾਂ ਆਪਾਂ ਇਸ ਨੂੰ ਅਵੋਇਡ ਕਰਨਾ ਹੈ। ਕੋਲਡ ਡਰਿੰਕਸ ਹੋ ਗਏ ਤੇ ਆਰਟੀਫਿਸ਼ੀਅਲ ਜੂਸਿਸ ਹੋ ਗਏ, ਇਹਨਾਂ ਨੂੰ ਅਵੋਇਡ ਕਰਨਾ ਹੈ। ਉਸ ਤੋਂ ਬਾਅਦ ਪੀਣ ਵਿੱਚ ਸਭ ਤੋਂ ਵਧੀਆ ਚੀਜ਼ ਹੈ ਲਾਈਮ ਵਾਟਰ, ਸਿੰਪਲ ਨਿੰਬੂ ਪਾਣੀ ਜੀ। ਉਹ ਆਪਣੇ ਯੂਰਿਨ ਨੂੰ ਥੋੜਾ ਐਸਿਡਿਕ ਕਰ ਦਿੰਦਾ ਹੈ, ਜਿਸ ਦੇ ਨਾਲ ਸਟੋਨ ਬਣਨ ਦੇ ਚਾਂਸਸ ਘਟ ਜਾਂਦੇ ਹੈ, ਉਸਦੀ ਪੀਐਚ ਨੂੰ ਬੈਲੈਂਸ ਕਰਦਾ ਹੈ। ਤਾਂ ਅਗਰ ਕੁਝ ਪੀਣਾ ਹੈ ਤਾਂ ਨਿੰਬੂ ਪਾਣੀ ਪੀਓ, ਸਿੰਪਲ ਸਟੋਨ ਨੂੰ ਹਟਾਉਣ ਲਈ ਬੈਸਟ। ਉਸ ਤੋਂ ਬਾਅਦ ਖਾਣ ਪੀਣ ਦੀ ਗੱਲ ਕਰੀਏ, ਅੱਜ ਦੀ ਡੇਟ 'ਚ ਅਗਰ ਤੁਸੀਂ ਕਿਸੇ ਨੂੰ ਦੱਸੋਗੇ ਕਿ ਤੁਹਾਨੂੰ ਪੱਥਰੀ ਹੈ ਤਾਂ ਕੋਈ ਤੁਹਾਡੇ ਅਮਰੂਦ ਖੋ ਕੇ ਲੈ ਜਾਏਗਾ, ਕੋਈ ਤੁਹਾਡਾ ਖੀਰਾ ਖੋ ਕੇ ਲੈ ਜਾਏਗਾ, ਕੋਈ ਤੁਹਾਨੂੰ ਟਮਾਟਰ ਖਾਣ ਤੋਂ ਰੋਕ ਦੇਗਾ, ਕੋਈ ਪਾਲਕ ਖਾਣ ਤੋਂ ਰੋਕ ਦੇਗਾ। ਕੀ ਇਹ ਚੀਜ਼ਾਂ ਸਾਰੀ ਉਮਰ ਲਈ ਪੋਸੀਬਲ ਨੇ? ਐਕਚੁਅਲੀ ਨਹੀਂ।
ਇਹ ਚੀਜ਼ਾਂ ਨਾਲ ਫਰਕ ਉਦੋਂ ਪੈਂਦਾ ਹੈ ਜਦੋਂ ਬੰਦਾ ਇਹਨਾਂ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਵਧਾਏ। ਬੇਸਿਕਲੀ ਕੁਝ ਲੋਕ ਸੀਡਸ ਨੂੰ ਸਟੋਨ ਨਾਲ ਰਿਲੇਟ ਕਰਦੇ ਨੇ, ਸੀਡ ਸਟੋਨ ਵਰਗੇ ਦਿਖਦੇ ਆ ਇਸ ਕਰਕੇ ਕਿ ਸ਼ਾਇਦ ਉਹਨਾਂ ਕਰਕੇ ਸਟੋਨ ਬਣਦੇ ਆ, ਪਰ ਐਕਚੁਅਲੀ ਸਾਇੰਟੀਫਿਕਲੀ ਉਹਨਾਂ ਵਿੱਚ ਥੋੜਾ ਆਕਜ਼ੇਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤਾਂ ਜੋ ਕੈਲਸ਼ੀਅਮ ਸਟੋਨ ਹੁੰਦੇ ਆ ਉਹ ਐਕਚੁਅਲੀ ਕੈਲਸ਼ੀਅਮ ਤੇ ਆਕਜ਼ੇਲੇਟ ਨੂੰ ਮਿਲ ਕੇ ਬਣਦੇ ਨੇ। ਤਾਂ ਜਦੋਂ ਇਹਨਾਂ ਦੀ ਮਾਤਰਾ ਆਕਜ਼ੇਲੇਟ ਦੀ ਵੱਧਦੀ ਹੈ ਤਾਂ ਉਹ ਸਟੋਨ ਦਾ ਇੱਕ ਕਾਰਨ ਬਣਦਾ ਹੈ। ਮਗਰ ਰੂਟੀਨ ਵਿੱਚ ਜਿੰਨਾ ਆਪਾਂ ਇੰਡੀਅਨ ਡਾਈਟ ਦੀ ਗੱਲ ਕਰੀਏ ਤਾਂ ਇਹ ਮਾਤਰਾ ਇੰਨੀ ਜ਼ਿਆਦਾ ਨਹੀਂ ਹੋ ਪਾਉਂਦੀ ਕਿ ਉਹ ਸਟੋਨ ਤੇ ਜਾ ਕੇ ਪ੍ਰੈਕਟੀਕਲੀ ਕੁਝ ਜ਼ਿਆਦਾ ਇਫੈਕਟ ਪਾਉਣਗੀਆਂ। ਤਾਂ ਇਹ ਚੀਜ਼ਾਂ ਤੁਸੀਂ ਬੇਫਿਕਰ ਹੋ ਕੇ ਖਾ ਸਕਦੇ ਹੋ। ਮੈਂ ਇੱਕ ਵਾਰ ਰਿਪੀਟ ਕਰਨਾ ਚਾਹੂੰਗਾ ਜੀ, ਚਾਵਲ ਹੋ ਗਏ, ਟਮਾਟਰ ਹੋ ਗਏ, ਖੀਰਾ ਹੋ ਗਿਆ, ਅਮਰੂਦ, ਬੈਂਗਨ, ਭਿੰਡੀ, ਤਾਂ ਇਹ ਤੁਸੀਂ ਇਹ ਸਭ ਕੁਝ ਖਾ ਸਕਦੇ ਹੋ। ਇਸ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ ਐਕਚੁਅਲੀ। ਉਸ ਤੋਂ ਇਲਾਵਾ ਬੰਦ ਕੀ ਕਰਨਾ ਹੈ ਫਿਰ? ਦੇਖੋ, ਜੋ ਪ੍ਰੋਟੀਨਸ ਡਾਈਟ ਹੈ, ਖਾਸ ਕਰ ਰੈੱਡ ਮੀਟ ਆਪਾਂ ਜਿਸ ਨੂੰ ਕਹਿੰਦੇ ਆ, ਜਿਵੇਂ ਨਾਨ ਵੈਜੀਟੇਰੀਅਨ ਤੁਸੀਂ ਕਹਿ ਸਕਦੇ ਹੋ, ਤਾਂ ਉਹ ਡਾਈਟ ਇੱਕ ਇੰਪੋਰਟੈਂਟ ਫੈਕਟਰ ਹੈ। ਹੁਣ ਇਹ ਨਹੀਂ ਹੈ ਕਿ ਨਾਨ ਵੈਜੀਟੇਰੀਅਨਸ ਨੂੰ ਮੈਂ ਕਹਿ ਰਿਹਾ ਕਿ ਤੁਸੀਂ ਨਾਨ ਵੈਜ ਖਾਣਾ ਛੱਡ ਦਿਓ, ਤੇ ਖਾਸ ਕਰ ਪੰਜਾਬ ਵਿੱਚ। ਨਹੀਂ, ਐਵੇਂ ਦੀ ਗੱਲ ਨਹੀਂ ਹੈ। ਨਾਨ ਵੈਜੀਟੇਰੀਅਨਸ ਨੂੰ ਆਪਣੀ ਪ੍ਰੋਟੀਨ ਡਾਈਟ ਲਿਮਿਟ ਕਰ ਦੇਣੀ ਚਾਹੀਦੀ ਹੈ। ਤਾਂ ਲਿਮਿਟ ਕਿੰਨੀ ਕਰਨੀ ਚਾਹੀਦੀ ਹੈ? ਐਕਚੁਅਲੀ ਪਰ ਸਰਵ, ਯਾਨੀ ਕਿ ਇੱਕ ਵਾਰ 'ਚ ਤੁਸੀਂ ਕਿੰਨਾ ਖਾ ਰਹੇ ਹੋ ਇਹ ਵੀ ਮੈਟਰ ਕਰਦਾ ਹੈ। ਸਡਨਲੀ ਜਦੋਂ ਤੁਹਾਡੇ ਬਾਡੀ ਵਿੱਚ ਯੂਰਿਕ ਐਸਿਡ ਜਾਂ ਸਾਲਟਸ ਦੀ ਮਾਤਰਾ ਵੱਧਦੀ ਹੈ, ਉਹਦੇ ਨਾਲ ਵੀ ਸਟੋਨ ਬਣ ਜਾਂਦੇ ਨੇ। ਤਾਂ ਇੱਕ ਵਾਰ 'ਚ 80 ਤੋਂ 100 ਗ੍ਰਾਮ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ, ਯਾਨੀ ਮੋਟਾ ਪਾ ਕੇ 2 ਪੀਸ ਕਹਿ ਸਕਦੇ ਹਾਂ ਆਪਾਂ। ਇੰਨਾ ਖਾ ਸਕਦਾ ਬੰਦਾ ਇੱਕ ਵਾਰ ਵਿੱਚ, ਤੇ ਹਫਤੇ ਵਿੱਚ 1-2 ਵਾਰ ਤੋਂ ਜ਼ਿਆਦਾ ਨਾ ਲੈਣ। ਇਹਦੇ ਨਾਲ ਉਹ ਸਟੋਨ ਬਣਨ ਤੋਂ ਘਟਾ ਸਕਦੇ ਨੇ। ਉਸ ਤੋਂ ਇਲਾਵਾ ਅਗਰ ਖਾਣ ਪੀਣ ਦੀ ਆਪਾਂ ਗੱਲ ਕਰੀਏ ਤਾਂ ਸਭ ਕੁਝ ਖਾਇਆ ਜਾ ਸਕਦਾ ਹੈ। ਇੱਕ ਸਾਲਟ ਹੋ ਗਿਆ, ਇੱਕ ਸ਼ੂਗਰ ਹੋ ਗਿਆ, ਇਹ 2 ਕੰਟੈਂਟ ਘਟਾਣੇ ਨੇ। ਤਾਂ ਐਵਰੇਜ ਇੱਕ ਬੰਦਾ 5 ਗ੍ਰਾਮ ਸਾਲਟ ਲੈਂਦਾ ਹੈ, ਜੋ ਆਪਾਂ ਨਾਰਮਲ ਕੁਕਿੰਗ 'ਚ ਯੂਜ਼ ਕਰਦੇ ਹਾਂ, ਜਾਂ ਸਿੰਪਲ ਪੰਜਾਬੀ 'ਚ ਕਹੀਏ ਕਿ ਜੋ ਖਾਣੇ 'ਚ ਪੱਕਿਆ ਗਿਆ ਨਮਕ। ਤਾਂ ਕੱਚਾ ਨਮਕ ਨਹੀਂ ਖਾਣਾ, ਜਿਵੇਂ ਸੈਲਡ ਦੇ ਉੱਪਰ ਪਾ ਕੇ, ਦਹੀਂ ਦੇ ਉੱਪਰ ਪਾ ਕੇ, ਫਰੂਟ ਦੇ ਉੱਪਰ ਪਾ ਕੇ, ਅਚਾਰ, ਪਾਪੜ, ਇਹ ਜਿਹੜੀ ਚੀਜ਼ਾਂ ਨੇ। ਜਾਂ ਸਪੈਸ਼ਲੀ ਫਾਸਟ ਫੂਡ ਕਾਰਬੋਨੇਟਡ ਵੀ ਹੈ, ਉਸ 'ਚ ਕਾਰਬੋਹਾਈਡਰੇਟ ਵੀ ਬਹੁਤ ਜ਼ਿਆਦਾ ਹੈ, ਉਸ 'ਚ ਸਾਲਟ ਕੰਟੈਂਟ ਵੀ ਜ਼ਿਆਦਾ ਹੁੰਦਾ ਹੈ। ਤਾਂ ਇਹ ਚੀਜ਼ਾਂ ਅਵੋਇਡ ਕਰਨੀਆਂ ਨੇ, ਤਾਂ ਆਪਾਂ ਨੂੰ ਸਟੋਨ ਬਣਨ ਤੋਂ ਰੋਕ ਸਕਦੇ ਹਾਂ ਜਾਂ ਉਸ 'ਚ ਘਟਾ ਸਕਦੇ ਹਾਂ, ਬੈਨੀਫਿਟ ਮਿਲੇਗਾ ਜੋ ਆਪਾਂ ਨੂੰ। ਦੇਖੋ, ਅਗਰ ਆਪਾਂ ਸਮਰੀ ਦੀ ਗੱਲ ਕਰੀਏ ਤਾਂ ਡਾਈਟਰੀ ਹੈਬਿਟਸ ਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਬੈਲੈਂਸ ਡਾਈਟ, ਨੈਚੁਰਲ ਡਾਈਟ, ਪ੍ਰੀਜ਼ਰਵੇਟਿਵ ਫਰੀ, ਤੇ ਆਪਣੇ ਆਪ ਨੂੰ ਹਾਈਡਰੇਟ ਰੱਖਣਾ, ਤੇ ਨਾਲ ਆਪਣੇ ਆਪ ਨੂੰ ਫਿਜ਼ੀਕਲੀ ਐਕਟਿਵ ਰੱਖਣਾ। ਇਹੀ ਇੱਕ ਰਾਮਬਾਣ ਕਹਿ ਲਓ, ਨੁਸਖਾ ਕਹਿ ਲਓ, ਜਾਂ ਕੁਝ ਵੀ ਕਹਿ ਲਓ, ਜੋ ਆਪਾਂ ਨੂੰ ਪੱਥਰੀ ਤੋਂ ਨਿਜਾਤ ਪਾ ਸਕਦਾ ਹੈ ਜਾਂ ਜਿਸ ਨਾਲ ਪੱਥਰੀ ਬਣਨ ਤੋਂ ਆਪਾਂ ਰੋਕ ਸਕਦੇ ਹਾਂ। ਜੀ ਡਾਕਟਰ ਸਾਹਿਬ, ਇਹ ਡਾਕਟਰ ਸਾਹਿਬ ਗੱਲਬਾਤ ਇਹ ਤਾਂ ਹੋਈ ਕਿ ਅਸੀਂ ਕਿਸ ਪ੍ਰਕਾਰ ਦੇ ਨਾਲ ਆਪਣੇ ਆਪ ਨੂੰ, ਜੇਕਰ ਤੁਹਾਨੂੰ ਪੱਥਰੀ ਦੀ ਸ਼ਿਕਾਇਤ ਨਾ ਹੀ ਹੋਵੇ, ਸ਼ੁਰੂਆਤ ਹੀ ਨਾ ਹੋਵੇ, ਉਸ ਦੀ ਗੱਲਬਾਤ, ਪਰੰਤੂ ਉਹ ਬੰਦਾ ਕੀ ਕਰੇ ਜਿਸ ਬੰਦੇ ਨੂੰ ਪੱਥਰੀ ਦੀ ਸ਼ਿਕਾਇਤ ਹੋ ਗਈ ਹੈ, ਉਸ ਦਾ ਇਲਾਜ ਕਰਵਾਉਣ ਦੇ ਵਾਸਤੇ ਉਹ ਕਿਵੇਂ ਆਪਣਾ ਇਲਾਜ ਕਰਵਾਵੇ, ਕਿਸ ਪ੍ਰਕਾਰ ਦੇ ਨਾਲ ਅੱਗੇ ਆਵੇ? ਦੇਖੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀਗਾ, ਜਦੋਂ ਪੱਥਰੀ ਦੀ ਸ਼ਿਕਾਇਤ ਆਈ ਹੈ ਤਾਂ ਪਹਿਲਾਂ ਤਾਂ ਉਸ ਨੂੰ ਪਤਾ ਕਿਵੇਂ ਚੱਲੇਗਾ ਕਿ ਪੱਥਰੀ ਦੀ ਸ਼ਿਕਾਇਤ ਹੈ? ਜ਼ਿਆਦਾਤਰ ਦਰਦ ਨਾਲ ਪ੍ਰੈਜ਼ੈਂਟ ਕਰਦੇ ਨੇ, ਜਾਂ ਕੁਝ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਸਾਇਲੈਂਟ ਸਟੋਨ ਰਹਿ ਜਾਂਦੇ ਨੇ, ਉਹਨਾਂ ਨੂੰ ਗੁਰਦੇ ਦੀ ਪ੍ਰੋਬਲਮ ਨਾਲ ਜਾਂ ਫੇਲੀਅਰ ਨਾਲ ਡਿਟੈਕਟ ਹੁੰਦੀ ਹੈ। ਤਾਂ ਪਹਿਲੀ ਚੀਜ਼ ਤਾਂ ਉਸ ਦਾ ਇਲਾਜ ਹੈ ਕਿ ਤੁਸੀਂ ਉਸ ਟਾਈਮ ਜਦੋਂ ਆਲਰੇਡੀ ਤੁਹਾਨੂੰ ਦਰਦ ਉੱਠ ਚੁੱਕਿਆ ਹੈ ਜਾਂ ਗੁਰਦੇ ਫੇਲੀਅਰ ਵਾਲੇ ਪਾਸੇ ਜਾ ਚੁੱਕੇ ਨੇ, ਤਾਂ ਤੁਸੀਂ ਪਲੀਜ਼ ਉਸ ਟਾਈਮ ਕੋਈ ਨੁਸਖਿਆਂ ਵੱਲ ਨਾ ਜਾਓ। ਉਸ ਟਾਈਮ ਤੁਹਾਨੂੰ ਮੈਡੀਕਲ ਹੈਲਪ ਦੀ ਲੋੜ ਹੈ। ਇੱਕ ਐਕਸਪਰਟ ਨੂੰ, ਯੂਰੋਲੋਜਿਸਟ ਨੂੰ ਕੰਸਲਟ ਕਰੋ, ਤੇ ਉਹ ਤੁਹਾਡਾ ਇੱਕ ਵਾਰ ਫੁੱਲ ਚੈੱਕਅਪ ਕਰਨਗੇ। ਅੱਜ ਕੱਲ੍ਹ ਚੈੱਕਅਪ ਬਹੁਤ ਈਜ਼ੀ ਹੈ, ਪੇਨ ਫਰੀ ਹੈ। ਇੱਕ ਸਿੰਪਲ ਬਲੱਡ ਇਨਵੈਸਟੀਗੇਸ਼ਨਸ ਤੇ ਅਲਟਰਾਸਾਊਂਡ, ਜੋ ਕਿ ਕੁਝ ਘੰਟਿਆਂ ਵਿੱਚ ਹੋ ਜਾਂਦਾ ਹੈ, ਨਾਲ ਪੂਰਾ ਬੋਡੀ ਸਕੈਨ ਹੋ ਜਾਂਦੀ ਹੈ, ਤੇ ਆਪਾਂ ਦੇਖ ਸਕਦੇ ਹਾਂ ਕਿੰਨੀ ਪੱਥਰੀਆਂ ਨੇ, ਕਿਸ ਲੈਵਲ ਤੇ ਨੇ, ਉਸ ਹਿਸਾਬ ਨਾਲ ਅੱਗੇ ਟ੍ਰੀਟਮੈਂਟ ਪਲਾਨ ਹੁੰਦਾ ਹੈ। ਛੋਟੀ ਪੱਥਰੀ ਹੈ, ਕਿਡਨੀ ਤੇ ਕੋਈ ਅਸਰ ਨਹੀਂ ਹੈ, ਤਾਂ ਆਪਾਂ ਸਿੰਪਲ ਟੈਬਲੇਟਸ ਦੇ ਸਕਦੇ ਹਾਂ, ਜੋ ਕਿ OPD ਬੇਸਿਸ ਤੇ ਪੇਸ਼ੈਂਟ ਲੈ ਸਕਦਾ ਹੈ, ਤੇ ਲਾਈਫ ਇਫੈਕਟ ਨਹੀਂ ਹੁੰਦੀ। ਪੱਥਰੀ ਵੱਡੀ ਹੈ, ਨਹੀਂ ਨਿਕਲ ਰਹੀ, ਜਾਂ ਗੁਰਦੇ ਤੇ ਅਸਰ ਪਾਉਣ ਲੱਗ ਗਈ, ਜਾਂ ਉਸਨੇ ਇਨਫੈਕਸ਼ਨ ਕਰ ਦਿੱਤੀ ਹੈ ਬੋਡੀ ਵਿੱਚ, ਤਾਂ ਉਸ ਨੂੰ ਕੱਢਣਾ ਪੈਂਦਾ ਹੈ। ਪੱਥਰੀ ਪਾਈਪ ਵਿੱਚ ਹੈ, ਹੇਠਲੇ ਪਾਸੇ ਹੈ, ਤਾਂ ਆਪਾਂ ਨਾਰਮਲ ਨੈਚੁਰਲ ਯੂਰੀਨ ਦੇ ਰਸਤੇ ਰਾਹੀਂ, ਜਿਸ ਨੂੰ URS ਕਹਿੰਦੇ ਹਾਂ, ਆਪਾਂ ਦੁਰਬੀਨ ਨਾਲ ਕੱਢ ਸਕਦੇ ਹਾਂ, ਜਿਸ ਵਿੱਚ ਪੇਸ਼ੈਂਟ ਇੱਕ ਦਿਨ ਵਿੱਚ ਫ੍ਰੀ ਹੋ ਕੇ ਅਗਲੇ ਦਿਨ ਆਪਣੇ ਨਾਰਮਲ ਰੂਟੀਨ 'ਚ ਜਾ ਸਕਦਾ ਹੈ। ਕੋਈ ਚੀਰਾ ਟਾਂਕਾ ਨਾ ਹੋਣ ਕਰਕੇ ਪੇਸ਼ੈਂਟ ਨੂੰ ਆਲਮੋਸਟ ਪੇਨ ਫ੍ਰੀ ਐਕਸਪੀਰੀਅੰਸ ਹੁੰਦਾ ਹੈ, ਤੇ ਪੇਸ਼ੈਂਟ ਨੂੰ ਕੋਈ ਰਿਕਵਰੀ ਲਈ ਜਾਂ ਆਪਾਂ ਜਿਵੇਂ ਕਹਿੰਦੇ ਕਮਜ਼ੋਰੀ ਆ ਗਈ, ਐਵੇਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਪੱਥਰੀ ਵੱਡੀ ਹੋਵੇ, ਗੁਰਦੇ 'ਚ ਫਸੀ ਹੋਵੇ, ਤਾਂ ਉਸ ਲਈ ਆਪਾਂ ਨੂੰ ਪਿੱਛੋਂ ਹਲਕਾ ਜਿਹਾ ਸੁਰਾਖ ਕਰਕੇ, ਜਿਸ ਨੂੰ PCNL ਕਹਿੰਦੇ ਹੈ, ਆਪਾਂ ਪੱਥਰੀ ਕੱਢ ਸਕਦੇ ਹਾਂ। ਇਹ ਪ੍ਰੋਸੀਜਰ ਅੱਜ ਕੱਲ੍ਹ ਬਹੁਤ ਐਡਵਾਂਸਡ ਪ੍ਰੋਸੀਜਰਸ ਹੈ, ਤੇ ਇਹ ਕਰਨ ਨਾਲ ਪੇਸ਼ੈਂਟ ਬਹੁਤ ਜਲਦੀ ਆਪਣੀ ਲਾਈਫ 'ਚ ਰੂਟੀਨ ਲਾਈਫ ਵਿੱਚ ਜੁੜ ਜਾਂਦਾ ਹੈ, ਤੇ ਪੇਨ ਫ੍ਰੀ ਐਕਸਪੀਰੀਅੰਸ ਹੁੰਦਾ ਹੈ। 1 ਤੋਂ 2 ਦਿਨ ਦਾ ਸਟੇ ਹਸਪੀਟਲ ਦਾ ਰਹਿੰਦਾ ਹੈ। ਜੀ ਡਾਕਟਰ ਸਾਹਿਬ।
ਅੱਛਾ ਡਾਕਟਰ ਸਾਹਿਬ, ਇਹ ਤਾਂ ਗੱਲ ਹੋਈ ਖਾਸ ਤਰੀਕੇ ਨਾਲ ਜਿਹੜੀ ਤੁਸੀਂ ਦੱਸੀ ਹੈ, ਪਰ ਇੱਕ ਅਜਿਹੀ ਸਮੱਸਿਆ ਹੈ ਜੋ ਕਿ ਸਾਡੇ ਮੇਰੇ ਖਿਆਲ 'ਚ ਜੋ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਜਾਣਨਾ ਚਾਹਣਗੇ ਕਿ ਇੱਕ ਪ੍ਰੋਬਲਮ ਹੈ। ਉਹ ਪ੍ਰੋਬਲਮ ਇਹ ਹੈ ਕਿ ਜਦੋਂ ਅਸੀਂ ਆਪਣੇ ਪਿਸ਼ਾਬ ਨੂੰ ਰੋਕ ਲੈਂਦੇ ਹਾਂ ਤਾਂ ਬਹੁਤ ਜ਼ਿਆਦਾ ਸਮੱਸਿਆ ਆ ਜਾਂਦੀ ਹੈ, ਅਤੇ ਕੀ ਇਹ ਕਾਰਨ ਵੀ ਹੋ ਸਕਦਾ ਹੈ? ਹੁਣ ਮੈਂ ਖਾਸ ਤੌਰ ਤੇ ਅਗਰ ਮੈਂ ਗੱਲ ਕਰਾਂ ਕੁਝ ਪ੍ਰੋਫੈਸ਼ਨਾਂ ਦੀ ਗੱਲ ਕਰੂੰਗਾ, ਜਿਵੇਂ ਕਿ ਪੁਲਿਸ ਕਰਮੀ ਨੇ ਜਾਂ ਫਿਰ ਡਾਕਟਰ ਸਾਹਿਬਾਨ ਨੇ। ਹੁਣ ਡਾਕਟਰ ਸਾਹਿਬ ਦਾ ਕੋਈ ਆਪਰੇਸ਼ਨ ਚੱਲ ਰਿਹਾ ਜਿਹੜਾ ਕਿ ਬਹੁਤ ਲੰਬਾ ਚੱਲੇਗਾ, ਕੁਝ ਘੰਟੇ ਤੱਕ ਚੱਲੇਗਾ, ਉਹਨਾਂ ਨੂੰ ਪਿਸ਼ਾਬ ਦੀ ਹਾਜਤ ਪੇਸ਼ ਆ ਗਈ ਤੇ ਉਹ ਜਾ ਨਹੀਂ ਸਕਦੇ ਕਿਉਂਕਿ ਇਸ ਵਕਤ ਉਹ ਬਹੁਤ ਜ਼ਿਆਦਾ ਜ਼ਰੂਰੀ ਕੰਮ ਕਰ ਰਹੇ ਨੇ। ਸੇਮ ਇਸੇ ਤਰ੍ਹਾਂ ਕੋਈ ਪੁਲਿਸ ਕਰਮੀ ਹੈ, ਉਹ ਆਪਣੀ ਡਿਊਟੀ ਨਿਭਾ ਰਿਹਾ ਹੈ, ਤਾਂ ਪਿਸ਼ਾਬ ਜਦੋਂ ਰੋਕਦੇ ਆ ਤਾਂ ਇਸ ਦਾ ਵੀ ਕੀ ਅਸਰ ਪੈਂਦਾ ਹੈ ਪੱਥਰੀ ਦੇ ਉੱਪਰ? ਦੇਖੋ, ਚਾਹੇ ਤੁਹਾਨੂੰ ਪੱਥਰੀ ਹੈ ਚਾਹੇ ਨਹੀਂ ਹੈ, ਪਿਸ਼ਾਬ ਰੋਕਣਾ ਇੱਕ ਅੱਛੀ ਆਦਤ ਨਹੀਂ ਹੈ। ਤਾਂ ਆਪਾਂ ਨੂੰ ਪੱਥਰੀ ਹੈ ਤਾਂ ਪਿਸ਼ਾਬ ਨਹੀਂ ਰੋਕਣਾ ਤੇ ਪੱਥਰੀ ਨਹੀਂ ਹੈ ਤਾਂ ਪਿਸ਼ਾਬ ਰੋਕ ਸਕਦੇ, ਐਵੇਂ ਦੀ ਕੋਈ ਗੱਲ ਨਹੀਂ ਹੈ ਜੀ। ਦੇਖੋ, ਪਿਸ਼ਾਬ ਨੂੰ ਥੋੜੀ ਪਤਾ ਹੈ ਕਿ ਆਪਾਂ ਕੋਈ ਜੌਬ ਕਰ ਰਹੇ ਹਾਂ ਜੀ, ਉਸਨੇ ਤਾਂ ਆਪਣੇ ਟਾਈਮ ਤੇ ਆਉਣਾ ਹੈ ਤੇ ਉਹ ਕਰਨਾ ਹੈ। ਤਾਂ ਕੋਈ ਵੀ ਜੌਬ ਹੈਗੀ ਹੈ, ਇਹ ਸਿਰਫ ਤੁਸੀਂ ਐਡਜਸਟ ਕਰਕੇ ਤਾਂ ਪਿਸ਼ਾਬ 4 ਘੰਟੇ 'ਚ ਬੰਦੇ ਨੂੰ ਇੱਕ ਵਾਰ ਪਿਸ਼ਾਬ ਜਾਣਾ ਚਾਹੀਦਾ ਹੈ। ਇਸ ਨੂੰ ਰੋਕਣ ਲਈ ਕੋਈ ਐਕਸਕਿਊਜ਼ ਨਹੀਂ ਹੈ। ਇਸ ਨੂੰ ਰੋਕਣ ਨਾਲ ਰਾਦਰ ਪ੍ਰੋਬਲਮਸ ਵੱਧਦੀਆਂ ਨੇ, ਪਿਸ਼ਾਬ ਦੀ ਇਨਫੈਕਸ਼ਨ ਹੋਣਾ ਬਾਰ-ਬਾਰ ਜਾਂ ਪਿਸ਼ਾਬ ਦਾ ਬਲੋਕੇਜ ਹੋਣੀ, ਇਹ ਆਪਣੇ ਆਪ 'ਚ ਇਸ ਦਾ ਇੱਕ ਕਾਰਨ ਵੀ ਪਿਸ਼ਾਬ ਰੁਕਣਾ ਹੀ ਹੈ। ਤਾਂ ਡਾਕਟਰ ਸਾਹਿਬ ਤੋਂ ਮੇਰੀ ਜਾਣਕਾਰੀ ਦੇ ਮੁਤਾਬਿਕ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਹਾਡਾ ਪ੍ਰੋਫੈਸ਼ਨ ਜੋ ਵੀ ਹੋਵੇ, ਅਗਰ ਤੁਹਾਨੂੰ ਪਿਸ਼ਾਬ ਦੀ ਹਾਜਤ ਪੇਸ਼ ਆਉਂਦੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਜਾ ਕੇ ਉਸ ਹਾਜਤ ਨੂੰ ਦੂਰ ਕਰਨਾ ਚਾਹੀਦਾ ਹੈ। ਤਾਂ ਡਾਕਟਰ ਸਾਹਿਬ, ਤੁਸੀਂ ਬਹੁਤ ਯੂਜ਼ਫੁਲ ਜਾਣਕਾਰੀ ਸਾਨੂੰ ਅੱਜ ਦਿੱਤੀ ਹੈ ਅਤੇ ਅਸੀਂ ਸਾਡੇ ਦਰਸ਼ਕਾਂ ਦੇ ਵਾਸਤੇ ਵੀ ਇੱਕ ਹੈਲਦੀ ਟਿਪ ਜਿਹੜੀ ਹੈਗੀ ਹੈ ਕਿਡਨੀਆਂ ਵਾਸਤੇ ਜ਼ਰੂਰ ਲੈਣੀ ਚਾਹਾਂਗੇ ਤੁਹਾਡੇ ਤੋਂ। ਅਗਰ ਆਪਾਂ ਟਿਪ ਦੀ ਗੱਲ ਕਰੀਏ ਤਾਂ ਆਪਣੇ ਆਪ ਨੂੰ ਵਧੀਆ ਹਾਈਡਰੇਟ ਰੱਖਣਾ, ਜੰਕ ਫੂਡ ਅਵੋਇਡ ਕਰਨਾ, ਇੱਕ ਵਧੀਆ ਹੈਲਦੀ ਲਾਈਫਸਟਾਈਲ ਰੱਖਣਾ ਅਤੇ ਈਅਰਲੀ ਚੈੱਕਅਪ that is sufficient for your kidneys। ਤੇ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵੰਡਮੁੱਲੀ ਜਾਣਕਾਰੀ ਅੱਜ ਸਾਨੂੰ ਦਿੱਤੀ ਹੈ ਸਾਡੇ ਸ਼ੋਅ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਜਾਣਕਾਰੀ ਸਾਨੂੰ ਹਾਸਲ ਕਰਵਾਈ ਹੈ, ਉਮੀਦ ਕਰਦੇ ਹਾਂ ਕਿ ਸਾਡੇ ਜੋ ਦਰਸ਼ਕ ਨੇ ਸਾਨੂੰ ਇਸ ਵਕਤ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਪਰ ਵੇਖ ਰਹੇ ਨੇ, ਉਹਨਾਂ ਨੂੰ ਵੀ ਇਸ ਦੇ ਨਾਲ ਕੋਈ ਨਾ ਕੋਈ ਫਾਇਦਾ ਜ਼ਰੂਰ ਪਹੁੰਚੇਗਾ। ਤੇ ਡਾਕਟਰ ਅੰਕਿਤ ਸਿੰਗਲਾ ਜੀ ਦਾ ਹੈਲਦੀ ਲਾਈਫ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਵਾਸਤੇ ਬਹੁਤ ਬਹੁਤ ਥੈਂਕਸ ਜੀ। ਧੰਨਵਾਦ। ਅਤੇ ਇਸ ਦੇ ਨਾਲ ਹੀ ਸਾਡੇ ਨਾਲ ਜੁੜੇ ਰਹੋ ਹੈਲਦੀ ਲਾਈਫ ਪ੍ਰੋਗਰਾਮ ਦੇ ਵਿੱਚ, ਓਨਲੀ ਔਨ ਚੜ੍ਹਦੀ ਕਲਾ ਟਾਈਮ ਟੀਵੀ ਤੇ। Healthy life, healthy life.